परम सत्कारयोग सतगुरां दी साजी और नवाजी हुई साध संगत जीओ, आप माई भाई काफ़ी समय तो ले करके चबरां तख्तां दे मालक गुरता गद्दी ते विराजमान प्रतख सतगुरु सारे संसार दे सांझे रहबर धन धन साहिब श्री गुरु ग्रंथ साहिब महाराज जियां दे पावन और पवित्र चरणों दे विच बैठ करके रब्बी गुरबाणी दे जाप सरवण करदे आ रहे सी। सारे ही धनता दे योग हों, बड़े कर्मां वाले हों। आओ सारे असी तुसी चंगे कर्मां वाले हैं जो गुरु के चरणों के विच बैठण दे सुभाग समय प्राप्त होया। जिहड़ी याद साईं दी विच गुजरे पैंदी है मुजरे, जिहड़ा समा वो परमेश्वर दी याद दे विच गुजरदा है, वो समा लेखे दे विच पैंदा है। नंद लाल जी फरमान करते ने, भाई नंद लाल जी, ये भाई नंद लाल वो सन कवि जिहड़े औरंगजेब दे कोल रहिंदे सी। एक कवि सब तो सरमोर कवि सी भाई नंद लाल। इदों बड़ा कोई लखारी कवि नहीं होया। बहुत बड़े सिरमौर कवि सन। सियोने की कुर्सी के उत्ते बहते हुंदे सी भाई नंद लाल। औरंगजेब दे कोल हुंदे जदों औरंगजेब ने इसनूं सियोने की कुर्सी दित्ती हुंदी सी। सियोने की कुर्सी के उत्ते बहते हुंदे सी, पर सब कुछ छड्ड के आनंदपुर साहिब कलगीधर पातशाह गुरु गोबिंद सिंह महाराज जी के चरणों के विच आ गया। धन कलगीधर पातशाह गुरु गोबिंद सिंह महाराज जी के जदों दर्शन किए इन्हां नंद लाल ने, निहाल निहाल हो गया। इन्हें फिर अपनी कविता लिखी, एक दिन बाजा वाले कोलों मैं प्रेम सराही पीती। प्यार दे विच आके जदों गुरु दे कोल आ गया ना, इन्ना आनंद बनया। उन्ना सियोने की कुर्सी ते बैठण वास्ते आनंद नहीं सी जिन्ना गुरु दे दर्शन करके आनंद आउंदा सी। खुशी दे विच आके ने फिर एक दिन लिखी गजल, एक दिन बाजा वाले कोलों मैं प्रेम सराही पीती। कहते भाग हमारे लिखी फकीरी सो मस्तक कर लीती। पिछली उम्र गवाई है मैं हर की भगत न कीती। आगे समझ चलो नंद लाला पाछे बीती सो बीती। तो गुरमुख प्यारिओ भाई नंद लाल जी कहन लगे, कहते पिछली उम्र थी जड़ी वो एवें गवा ली आ, भगती नहीं की, बंदगी नहीं की, परमेश्वर का नाम नहीं जपिया। वो जिंदगी
ਐਵੇਂ ਗਵਾ ਲਈ ਆ, ਵਿਅਰਥ ਚਲੀ ਗਈ ਆ। ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾਂ ਇਹ ਸਰੀਰ ਵਿਅਰਥ ਜਾ ਰਿਹਾ। ਸਤਿਗੁਰੂ ਜੀ ਕਹਿੰਦੇ ਜਿਨੀ ਐਸਾ ਹਰ ਨਾਮ ਨਾ ਚੇਤਿਓ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਰਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਹਾਰਾਜ ਜੀ ਕਹਿੰਦੇ ਮਨ ਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਤਾਂ ਗੁਰਮੁਖ ਪਿਆਰਿਓ, ਇਹ ਬੜਾ ਵੱਡਾ ਅਮੋਲਕ ਖਜ਼ਾਨਾ ਹੱਥ ਆਇਆ ਹੋਇਆ ਸਾਡੇ ਕੋਲ। ਇਹ ਅਮੋਲਕ ਖਜ਼ਾਨਾ ਸਾਡੇ ਕੋਲ ਹੱਥ ਆਇਆ ਹੋਇਆ, ਇਹਨੂੰ ਅਜਾਈ ਨਾ ਗਵਾਈਏ, ਵਿਅਰਥ ਨਾ ਗਵਾਈਏ। ਇਹ ਨਾਮ ਤੋਂ ਬਿਨਾਂ ਬਿਰਥਾ ਜਾ ਰਿਹਾ, ਨਾਮ ਬਿਨਾਂ ਬਿਰਥਾ ਸਭ ਜਾਏ। ਇਹ ਮਨੁੱਖਾ ਜਨਮ ਨਾਮ ਤੋਂ ਬਿਨਾਂ ਬਿਰਥਾ ਜਾ ਰਿਹਾ। ਮਹਾਰਾਜ ਜੀ ਕਹਿੰਦੇ ਹੁਣ ਬੱਤੇ ਹਰ ਨਾਮ ਨਾ ਬੀਜਿਓ। ਕਹਿੰਦੇ ਹੁਣ ਬੱਤ ਹੈ ਨਾਮ ਬੀਜਣ ਦੀ, ਨਾਮ ਜਪਣ ਦੀ, ਬੰਦਗੀ ਕਰਨ ਦੀ। ਜੇ ਹੁਣ ਨਾਮ ਨਾ ਜਪਿਆ, ਬੰਦਗੀ ਨਾ ਕੀਤੀ, ਮਹਾਰਾਜ ਜੀ ਕਹਿੰਦੇ ਅੱਗੇ ਭੁੱਖਾ ਕਿਆ ਖਾਏ। ਕਹਿੰਦੇ ਫਿਰ ਦੱਸ ਵੀ ਅੱਗੇ ਕੀ ਖਾਏਗਾ ਫਿਰ ਭੁੱਖਾ। ਐਸਾ ਨਾਮ ਨਾ ਚੇਤਿਓ, ਸੇ ਕਾਹੇ ਜਗ ਹੈ ਰਾਮ ਰਾਜੇ। ਉਹ ਜਮਾ ਤੋਂ ਬਚਾ ਦੇਗਾ।
ਰੱਬ ਦੇ ਪਿਆਰਿਆਂ ਦੇ ਕੋਲ ਜੁਗਤੀਆਂ ਮੁਕਤੀਆਂ ਹੁੰਦੀਆਂ ਨੇ ਭਾਈ। ਉਹ ਜੁਗਤੀ ਦੇ ਨਾਲ ਉਹ ਮੁਕਤੀ ਕਰ ਦਿੰਦੇ ਆ। ਉਹ ਜੁਗਤੀ ਦੇ ਨਾਲ ਮੁਕਤੀ ਕਰ ਦਿੰਦੇ ਆ। ਤਾਂ ਗੁਰਮੁਖ ਪਿਆਰਿਓ, ਨਾਮ ਜਪਣ ਦੀਆਂ ਜੁਗਤੀਆਂ ਕਿਹਨਾਂ ਕੋਲੋਂ ਮਿਲਣਗੀਆਂ? ਉਹ ਮਿਲਣਗੀਆਂ ਰੱਬ ਦੇ ਪਿਆਰਿਆਂ ਦੇ ਕੋਲੋਂ। ਕਿਉਂ? ਕਿਉਂਕਿ ਉਹਨਾਂ ਨੇ ਜਪਿਆ ਹੁੰਦਾ। ਆਪ ਜਪੋ ਅਬਰਾ ਨਾਮ ਜਪਾਵੋ। ਮਹਾਰਾਜ ਜੀ ਕਹਿੰਦੇ ਪਹਿਲਾਂ ਆਪ ਜਪੋ, ਫਿਰ ਦੂਸਰਿਆਂ ਨੂੰ ਜਪਾਵੋ। ਆਖੋ ਸਤਨਾਮ। ਜਿਨ੍ਹਾਂ ਨੇ ਹੁਣ ਭਾਈ ਆਪ ਨਾਮ ਹੀ ਨਹੀਂ ਜਪਿਆ, ਉਹਨਾਂ ਨੇ ਦੂਸਰੇ ਨੂੰ ਕੀ ਜਪਾਉਣਾ ਹੈ? ਜਿਨ੍ਹਾਂ ਨੇ ਆਪ ਬੰਦਗੀ ਨਹੀਂ ਕੀਤੀ ਤੇ ਉਹਨਾਂ ਨੇ ਦੂਸਰੇ ਨੂੰ ਕੀ ਬੰਦਗੀ ਕਰਾਣੀ ਆ? ਜਿਨ੍ਹਾਂ ਨੇ ਜਪਿਆ ਤਾਂ ਗੁਰਮੁਖ ਪਿਆਰੇ, ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪਾ ਲਿਆ ਹੈ। ਜਿਨ੍ਹਾਂ ਨੇ ਪਾ ਲਿਆ ਤੇ ਤਿੰਨਾਂ ਨੇ ਸਭ ਪਾ ਲਿਆ ਹੈ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਬੜੀ ਅਤੀ ਜ਼ਰੂਰੀ ਆ। ਭਾਈ ਨੰਦ ਲਾਲ ਜੀ ਕਹਿੰਦੇ ਜਿਹੜੀ ਪਿਛਲੀ ਉਮਰ ਸੀ ਉਹ ਐਵੇਂ ਗਵਾ ਲਈ ਆ, ਹਰ ਕੀ ਭਗਤ ਨਾ ਕੀਤੀ। ਕਹਿੰਦੇ ਹਰੀ ਦੀ ਭਗਤੀ ਨਹੀਂ ਕੀਤੀ, ਬੰਦਗੀ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਭਜਨ ਨਹੀਂ ਕੀਤਾ, ਵਿਅਰਥ ਗਵਾ ਲਿਆ ਜਨਮ। ਅੱਗੇ ਸਮਝ ਚਲੋ ਨੰਦ ਲਾਲਾ ਪਾਸੇ ਬੀਤੀ ਸੁਬੀਤੀ। ਕਹਿੰਦੇ ਹੁਣ ਅੱਗੇ ਵਾਸਤੇ ਸਮਝ ਲਾ, ਜਿਹੜਾ ਸਮਾਂ ਪਿੱਛੇ ਬੀਤ ਗਿਆ ਸੋ ਬੀਤ ਗਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦਾ ਇਤਿਹਾਸ ਚੱਲਦਾ ਆ ਰਿਹਾ, ਜੋ ਲੜੀਵਾਰ ਇਤਿਹਾਸ ਦੀ ਵਿਚਾਰ ਕਰਦੇ ਆ ਰਿਹਾ। ਨੂਰਾ ਮਾਹੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੇਜਿਆ ਸੀ। ਕਹਿੰਦੇ ਨੂਰੇ ਕਿਲ੍ਹਾ ਰਾਏ ਨੂੰ ਕਹਿਣ ਲੱਗੇ, ਕਹਿੰਦੇ ਕੋਈ ਭੇਜ ਆਪਣਾ ਆਦਮੀ ਜਿਹੜਾ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਲੈ ਕੇ ਆਵੇ ਸਰਹੰਦ। ਫਿਰ ਕਿਲ੍ਹਾ ਮਾਹੀ ਨੇ ਨੂਰੇ ਮਾਹੀ ਨੂੰ ਭੇਜਿਆ ਸੀ। ਵਿਚਾਰ ਛੱਡੀ ਸੀ ਆਪਾਂ ਨੇ, ਕੱਲ ਆਓ ਆਪੋ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗੁਰ ਇਤਿਹਾਸ ਦੇ ਨਾਲ ਜੋੜੀਏ। ਤਾਂ ਗੁਰਮੁਖ ਪਿਆਰਿਓ, ਜਦੋਂ ਗੰਗੂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਪਕੜਾਇਆ ਤਾਂ ਗੁਰਮੁਖ ਪਿਆਰਿਓ 10 ਪੋਹ ਦੀ ਰਾਤ ਮਰਿੰਡੇ ਥਾਣੇ ਦੇ ਵਿੱਚ ਕੱਟੀ। 10 ਪੋਹ ਦੀ ਰਾਤ ਮਰਿੰਡੇ ਥਾਣੇ ਦੇ ਵਿੱਚ ਕੱਟੀ। ਇੱਥੋਂ ਜਾ ਕੇ ਸੂਬਾ ਸਰਹੰਦ ਦੇ ਕੋਲ ਦਰੋਗਾ ਕਰਨ ਲੱਗਿਆ। ਦਰੋਗਾ ਜਾ ਕੇ ਸੂਬਾ ਸਰਹੰਦ ਨੂੰ ਕਹਿੰਦਾ, ਸੂਬਾ ਸਰਹੰਦ ਵਜੀਦਾ ਅੱਗੇ ਬੜਾ ਅੱਕਿਆ ਬੈਠਾ ਸੀ। ਕਹਿੰਦਾ ਨਾ ਗੁਰੂ ਗੋਬਿੰਦ ਸਿੰਘ ਦੇ ਹੱਥ ਲੱਗੇ ਆ, ਨਾ ਉਹਨਾਂ ਦੇ ਕੋਈ ਸਾਹਿਬਜ਼ਾਦੇ, ਨਾ ਕੋਈ ਪਰਿਵਾਰ, ਨਾ ਕੋਈ ਸ਼ਾਹੀ ਖਜ਼ਾਨਾ ਹੱਥ ਲੱਗਿਆ। ਐਵੇਂ ਬੰਦੇ ਮਰਵਾ ਕੇ ਬਹਿ ਗਏ। ਇਹ ਸੋਚਾਂ ਦੇ ਵਿੱਚ ਡੁੱਬਿਆ ਹੋਇਆ। ਇੱਧਰੋਂ ਜਦੋਂ ਦਰੋਗਾ ਸਿਪਾਹੀ ਸਰਹੰਦ ਸੂਬੇ ਦੇ ਕੋਲ ਪਹੁੰਚਿਆ, ਪੁੱਛਣਾ ਕੀਤਾ ਪਹਿਰੇਦਾਰ ਨੂੰ, ਕਹਿੰਦੇ ਸੂਬਾ ਜੀ ਕਿੱਥੇ ਮਿਲਣਗੇ? ਉਹਨਾਂ ਨੇ ਦੱਸਣਾ ਕੀਤਾ, ਕਹਿੰਦੇ ਉਹ ਸਾਹਮਣੇ ਧੁੱਪ ਦੇ ਵਿੱਚ ਬੈਠੇ ਆ।
इधरों ये सोचां दे विच डुबिया होया वजीदा सूबा सरहंद भी ना गुरु गोबिंद सिंह हत्थ लगे आ ते ना उन्हां दे साहिबजादे हत्थ लगे आ ना कोई शाही खजाना हत्थ लग्या। की कीता जाए? डुबिया होया सोचां दे विच इन्ने दरोगे ने आवाज़ मारी, कहंदा सूबा सरहंद जी। वो भज के पिया, कहंदा की आ ओए, जा पर जा मैनूं छेड़ना, कहंदा मैं बड़ा दुखी हाँ। वो कहंदा जी खुशखबरी लैके आया, खुशखबरी लैके आया। कहंदे कादी खुशखबरी लैके आया? कहंदे गुरु के छोटे साहिबजादे माता गुजर कौर साडे थाणे दे विच मरिंडे कोतवाल दे विच नज़रबंद कीते हुए। सूबा एकदम खुश हो गया। कहंदा उन्हां दी माता उन्हां दे बच्चे हत्थ लग गए ते गोबिंद सिंह आपे भजे आणगे। मोह दे विच गुरु गोबिंद सिंह महाराज जी आप भजे आणगे। इत्थों गुरमुख प्यारिओ ਉਹ ਕਹਿਣ ਲੱਗੇ ਲਿਆਓ, ਕਹਿੰਦੇ ਫੜ ਕੇ ਇੱਥੇ ਮੇਰੇ ਕੋਲ ਲਿਆਓ। ਉਹਨੇ ਪੈਰੀ ਵਾਪਸ ਮੁੜ ਕੇ ਗੁਰਮੁਖ ਪਿਆਰਿਓ ਬੱਚਿਆਂ ਨੂੰ ਲੈ ਕੇ ਚੱਲ ਪਏ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ। ਬੱਚੇ ਨਿੱਕੇ ਨਿੱਕੇ 7 ਸਾਲ ਤੇ 9 ਸਾਲ ਦੀ ਮਾਸੂਮ ਦਿੰਦਾ ਲਈ ਜਾ ਰਹੇ ਨੇ ਗੱਡੇ ਉੱਤੇ। ਦਾਦੀ ਮਾਂ ਨੂੰ ਪੁੱਛਦੇ ਜਾਂਦੇ ਆ ਬੱਚੇ, ਮਾਤਾ ਹੁਣ ਆਪਾਂ ਕਿੱਥੇ ਚੱਲੇ ਆ? ਆਪਾਂ ਨੂੰ ਕਿੱਥੇ ਲਈ ਜਾਂਦੇ ਨੇ ਸਿਪਾਹੀ? ਆ ਗੱਡਿਆਂ ਦੇ ਉੱਤੇ ਆਪਾਂ ਨੂੰ ਇਹ ਕਿੱਥੇ ਲਈ ਜਾਂਦੇ ਆ? ਮਾਤਾ ਗੁਜਰ ਕੌਰ ਕਹਿੰਦੀ ਮੇਰੇ ਲਾਲ ਦੇ ਲਾਲੋ, ਐ ਮੇਰੇ ਲਾਲ ਦੇ ਲਾਲੋ, ਤੁਹਾਨੂੰ ਉਹ ਜਗ੍ਹਾ ਦੇ ਉੱਤੇ ਲੈ ਕੇ ਜਾ ਰਹੇ ਨੇ ਜਿੱਥੇ ਤੁਹਾਡੇ ਤੇ ਬੜੇ ਬੜੇ ਪਰਚੇ ਪੈਣੇ ਨੇ। ਉਹ ਜਗ੍ਹਾ ਦੇ ਉੱਤੇ ਮੇਰੇ ਲਾਲ ਦੇ ਲਾਲੋ ਤੁਹਾਨੂੰ ਲੈ ਕੇ ਜਾਇਆ ਜਾਵੇਗਾ ਜਿੱਥੇ ਤੁਹਾਡੇ ਤੇ ਬੜੇ ਬੜੇ ਪਰਚੇ ਪੈਣੇ ਨੇ। देखियो किते उत्थे डोल ना जायो। सूबे सरहंद की जदों कचहरी दिखन लगी बाबा फतेह सिंह जी ने कहना कीता, दादी जी ओ देखो अपना आनंदपुर आ गया। दादी कहती मेरे लाल दे लालो वो अपना आनंदपुर नहीं है, ये तां दीन दियां सरहंद दियां टारियां आनंदपुर दूर रह गया।
आनंदपुर तां दूर है, ये तां सरहद दियां टारियां ने, ये सूबे दी कचहरी आ। इत्थे तुहाडे ते बहुत वड्डे वड्डे परचे पैणे ने। सूबा सरहंद दी कचहरी दे विच जदों लाला नूं लैके गए, सूबा सरहंद बड़ा खुश होया। उदों कहन लगा, कहते हुण उन्हां दी माता ते उन्हां दे बच्चे मेरे लबे आ गए ने, हुण मेरी कचहरी दे विच ने। गोबिंद सिंह हुण भज्जे आउणगे अपने आपे, वो पुत्रां दे मोह दे विच अपने आप भज्जे आउणगे। तां गुरमुख प्यारिओ पुछना कीता, कहंदे जी इन्हां नूं हुण कित्थे बिठाईए, किहड़ी जगह च? सूबा सरहंद ने बड़ा निर्दयीपना विखाया। 11 पोह दी रात तां गुरमुख प्यारिओ 10 पोह की रात इत्थे कट्टी ते 11 पोह की रात सूबे सरहंद की कचहरी दे विच पहली रात। सूबा सरहंद कह लगा, कहंदा इन्हां नूं ठंडे बुरज दे विच नज़रबंद कर दिओ। वो ठंडा बुरज किहड़ा सी? इहदे आले दुआले 4 सपेरे पानी ही पानी ते 4 सपेरे ठंडी फरन फरन हवा पैंदी हुंदी सी। गर्मी तो बचण दा मारा सूबा सरहंद ये बुरज दे विच बहिंदा सी, इस करके इहनूं ठंडा कहंदे सी। चारे सपेरों बड़ी ठंडी हवा वगदी सी, आउंदी सी। तां गुरमुख प्यारिओ कहंदा भी इन्हां नूं ठंडे बुरज दे विच बंद कर दिओ। माता गुजर कौर ते छोटे साहिबजादिआं नूं बाबा जोरावर सिंह ते बाबा फतेह सिंह नूं ठंडे बुरज दे विच उपर चढ़ा के पौड़ी ते पौड़ी चुक लई ते पहरेदार ला दिते आले दुआले। पहरेदार आले दुआले ला दिते भी इन्हां दी गौर रखिओ। इन्हां नूं कुछ खाण नूं कुछ पीण नूं नहीं देना। इन्हां नूं कुछ खाण पीण नूं कुछ नहीं देना। इन्हां नूं भुखण भाणे ही रखना है। इन्हां दे पिता ने सानू बड़ा तंग करके रखिया होया। साडे लखां ही आदमी मौत दे मूँह दे विच पहुंचा दिते आ। तां गुरमुख प्यारिओ हैरानी दी गल इह आ कि 11 पोह दी रात ठंडी ठार कोहरा जमदा है। ना साहिबजादिआं नूं दाले लैण वास्ते कोई कपड़ा दिता, ना थल्ले वसाउण वास्ते कोई कपड़ा दिता। ठंडा फर्श है, वो ठंडे फर्श दे उत्ते ही साहिबजादिआं नूं बिठा दिता। 11 पोह दी रात आ गई आ।
ठंड दे नाल बाबा जोरावर सिंह, बाबा फतेह सिंह रात नूं कंबनी छिड़ गई आ। ठंड दे नाल रात नूं कंबनी छिड़ गई तो गुरमुख प्यारिओ वही कपड़े वस्त्र पाए हुए सी जेड़े बड़ी धुंध पै रही है, धुंध दे नाल हवा वगण दे नाल वो कपड़े भी गिले होए पए ने। गुरु के लाल ठंड दे कारण थर थर कंब रहे ने। माता गुजर कौर खुद आप उन्होंने बड़ी ठंड लग रही है, पर इन्होंने निर्दयी पणिया ने ये भी नहीं सोचा भी निक्के निक्के बच्चे ने ये ठंडे बुरज दे विच रात किवें कट्टणगे। दादी ने अपनी गोद दे विच लिया बच्चों नूं, कुसर दे विच लिया, थर थर कंब रहे ने। ठंड दे नाल सुंगड़े पै ने गुरु के लाल। दादी मां अपने पोतरे नूं बुक्कल दे विच लैके, देखो मेरे लाल दे लालो किते डोल ना जाओ, किते अपना धर्म ना छड्ड दिओ। तुहाडे दादा जी ने अपने शीश का बलिदान दे दिता ते धर्म नहीं छड्डिया। देखियो किते डोल ना जाओ, तुहाडे ते बड़े बड़े परचे पैने ने। इस तरह गल्लां बातां समझांदियां, नाले बच्चे थर थर कंब रहे ने ते सारी रात बच्चों ने समझाती रही माता। दिन चढ़िया, मोती मेहरा उस जगह के उत्ते ड्यूटी करता सी, सूबे सरहद की कचहरी च। क्योंकि सूबे सरहद का हुक्म सी भी इन्हों कुछ खाण पीण नूं नहीं देना। जिहड़ा कोई खाण पीण नूं देगा ना, उन्होंने उहदे परिवार नूं सारिਆਂ नूं कोलू राही पीण दिता जाएगा। चेता रखियो, कोई भी बच्चों नूं माता नूं कोई भी खाण पीण नूं ना देवे। सिपाहियां नूं कहंदे गौर रखनी है पूरी ये गल दी। हुण गुरमुख प्यारिओ, मोती मेहरा उस जगह दे उत्ते ड्यूटी करदा हुंदा सी कचहरी दे विच। इहदी ड्यूटी सी चाह दुध पिलाण दी। जिहड़ा कोई चाह पींदा सी उहनूं चाह पिलांदा सी, जिहड़ा कोई दुध वाला हुंदा सी उहनूं दुध पिलांदा हुंदा सी। तां गुरमुख प्यारिओ, दिन चढ़िया, आगे साहिबजादिਆਂ नूं लैण वास्ते सिपाही पौड़ी लाई ते साहिबजादिਆਂ नूं लैण वास्ते सिपाही चढ़िया। माता बच्चों नूं लैके जाना है। वे भाई सिपाहीओ कित्थे लैके जाना मेरे पोतरिਆਂ नूं? कहते माता सूबे सरहद की कचहरी दे विच लैके जाना। कचहरी लगी आ, उत्थे लैके जाने इन्हां नूं। 12 पो का दिन आ गया।
सूबे सरहंद की कचहरी दे विच जदों लैके गए, बड़ा दरवाजा खुलिया होया, बच्चों नूं लैके गए। छोटे साहिबजादियां ने जाणसार सूबे की सरहंद की कचहरी दे विच फतेह बुलाई, वाहिगुरू जी का खालसा वाहिगुरू जी की फतेह। सूबा सरहंद कहन लगा, बच्चिओ ये वजीदे की कचहरी आ, ये सूबा सरहंद की कचहरी आ, ये तुहाडा आनंदपुर नहीं, इत्थे तां झुक के सलाम करो। वो कहंदे सानू सलाम नहीं करनी आउंदी, सानू गुरु पिता ने फतेह बुलाउणी सिखाई आ, सानू गुरु पिता ने फतेह बुलानी सिखाई आ, सानू सलाम नहीं करनी आउंदी। हुण साहिबजादियां नूं कहन लगे, बच्चिओ छड्ड दो सिੱਖੀ नूं कीए च रखिया होया, कहंदे तुसीं मुसलमान बन जाओ। लालच दे रहे ने, कहंदे सिੱਖੀ छड्ड दो मुसलमान बन जाओ, जदों तुसीं वड्डे हो जाओगे ना फिर तुहानू बेगमां दे डोले दिते जाने ने, तुहानू बड़े बड़े महल बना के दिते जाने आ। साहिबजादे डोले नहीं, डरे नहीं, कहते सूबिया सानू माया दा लालच दे रहा, साडे आनंदपुर साहिब साडे कोल माया बड़ी सी, मेरे पिता ने साडे पिता ने माया नदियां दे विच रोड़ी है, ऐसी माया की करनी है। बाकी रही गल धर्म की गल करदे हो, साडे दादा जी ने सीस दा बलिदान दे दिता, पर उन्होंने धर्म नहीं छड्डिया सी, उन्हां दे पोतरे आ। तां गुरमुख प्यारे बड़े लालच दिते, बड़े डरावे भी दिते, कहते देख लो फिर जे तुसी नहीं मनोगे ना फिर तुहानू हो सकदा जिउंदे नीहां दे विच भी चलना पवे। वो कहन लगे, सूबिया तू जो मर्जी कर ली, असी पुत हाँ गोबिंद सिंह दे, सूबिया असी धर्म नहीं छड़ सकते। बड़े लालच दिते, दाम साम डंड भेद सब तरह के तरीके वरत ले। अज पहली बार कचहरी सी, प्यार प्यार जे नाल इन्हां ने गल्लां करियां, बहुत ही सख्ताई नहीं की। कहन लगे देख लियो कल नूं फेर पीसी पैनी आ, अज सानू प्यार दे नाल समझाया, सोच लियो ते देख लियो, फिर जे नहीं मनोगे फिर देखियो भी की बनेगा। इत्थों गुरमुख प्यारिओ सिपाहियां ने कचहरी दे विचों वापस माता गुजर कौर दे कोल साहिबजादियां नूं पहुंचा दिता। माता गुजर कौर ने अपने पोतरियां दे मुखड़े चूमे, साथी दे नाल लाया। फतेह सिंह कहन लग्या, जिहड़ा सब तो छोटा सी, दादी मां सानू कहंदे सानू भी तुहानू बेगमां दे डोले दे देंगे, तुहानू बड़ी माया दे देंगे, तुसी सिੱਖੀ धर्म छड़ दिओ। माता गुजर कौर कहन लगी, फिर पुत बच्चिओ
ਤੁਸੀਂ ਕੀ ਆਖਿਆ? ਕਹਿੰਦੇ ਦਾਦੀ ਮਾਂ ਜਿਵੇਂ ਤੁਸੀਂ ਰਾਤ ਸਮਝਾਇਆ ਸੀ ਅਸੀਂ ਉਹ ਗੱਲਾਂ ਤੇ ਪੱਕੇ ਰਿਹਾ। ਅਸੀਂ ਕਿਹਾ ਅਸੀਂ ਧਰਮ ਨਹੀਂ ਛੱਡ ਸਕਦੇ। ਸਾਡੇ ਦਾਦਾ ਜੀ ਸੀਸ ਜੁਦਾ ਹੋ ਗਿਆ ਪਰ ਉਹਨਾਂ ਨੇ ਧਰਮ ਨਹੀਂ ਛੱਡਿਆ। ਸਾਨੂੰ ਬੜੇ ਡਰਾਵੇ ਦੇ ਰਹੇ ਨੇ, ਅਸੀਂ ਉਹਨਾਂ ਦੇ ਡਰਾਵਿਆਂ ਦੀ ਦਾਦੀ ਜੀ ਪਰਵਾਹ ਨਹੀਂ ਕੀਤੀ। ਤਾਂ ਗੁਰਮੁਖ ਪਿਆਰਿਓ, ਨਾਲੇ ਬੱਚੇ ਠੰਡ ਦੇ ਨਾਲ ਕੰਬ ਰਹੇ ਨੇ, ਨਾਲੇ ਦਾਦੀ ਮਾਂ ਨੂੰ ਗੱਲਾਂ ਬਾਤਾਂ ਦੱਸ ਰਹੇ ਨੇ। ਇਧਰੋਂ ਫਿਰ ਮੋਤੀ ਮਹਿਰਾ ਤੋਂ ਰਿਹਾ ਨਹੀਂ ਗਿਆ। ਮੋਤੀ ਮਹਿਰੇ ਨੇ ਪਹਿਲੀ ਰਾਤ ਹੀ 10 ਵਾਲੀ ਰਾਤ ਹੀ ਉਹ ਤੋਂ ਰਿਹਾ ਨਹੀਂ ਸੀ ਗਿਆ। ਵਾਹਿਗੁਰੂ 11 ਵਾਲੀ ਰਾਤ ਉਹ ਤੋਂ ਰਿਹਾ ਨਹੀਂ ਗਿਆ। ਬੱਚਿਆਂ ਨੂੰ ਉਹਨੇ ਦੁੱਧ ਪੌੜੀ ਲਾ ਕੇ ਪਿਲਾਇਆ। ਸਿਪਾਹੀਆਂ ਨੂੰ ਲਾਲਚ ਦਿੱਤਾ ਮਾਇਆ ਦਾ, ਭਾਵੇਂ ਘਰੋਂ ਗਰੀਬ ਸੀ, ਭਾਵੇਂ ਘਰੋਂ ਗਰੀਬ ਸੀ, ਪਰ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ। ਸਿਪਾਹੀਆਂ ਨੂੰ ਮਾਇਆ ਦੇ ਕੇ, ਲਾਲਚ ਦੇ ਕੇ। ਤਾਂ ਗੁਰਮੁਖ ਪਿਆਰਿਓ, ਫਿਰ 11 ਪੋਹ ਦੀ ਰਾਤ ਆਈ। 11 ਨੂੰ ਵੀ ਬੱਚਿਆਂ ਨੂੰ ਦੁੱਧ ਪਿਲਾਇਆ। 11 ਪੋਹ ਦੀ ਫਿਰ ਪੇਸ਼ੀ ਪਈ। ਦਿਨੇ ਰਾਤ ਨੂੰ ਫਿਰ ਠੰਡੇ ਬੁਰਜ ਦੇ ਵਿੱਚ ਬੰਦ ਕਰ ਦਿੱਤਾ ਲਿਜਾ ਕੇ। 12 ਪੋਹ ਨੂੰ ਗੁਰਮੁਖ ਪਿਆਰਿਓ ਫਿਰ ਮੋਤੀ ਮਹਿਰੇ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਵਾਸਤੇ ਯਤਨ ਕੀਤਾ। ਹੁਣ ਸਿਪਾਹੀ ਕਹਿਣ ਲੱਗੇ, ਕਿਉਂਕਿ ਜਿਹੜੀ ਮਾਇਆ ਪਈ ਸੀ ਉਹ ਤਾਂ ਪਹਿਲਾਂ ਹੀ ਦੇ ਦਿੱਤੀ, ਤੇ ਹੁਣ ਕਹਿਣ ਲੱਗੇ, ਕਹਿੰਦੇ ਵੀ ਮਾਇਆ ਮੂਇਆ ਨਾਲ ਨਹੀਂ ਸਰਨਾ, ਖੁੱਲਾ ਗੱਫਾ ਚਾਹੀਦਾ, ਫੇਰ ਦੇਵਾਂਗੇ ਦੁੱਧ ਪਿਲਾਉਣ ਵਾਸਤੇ। 12 ਪੋਹ ਦੀ ਰਾਤ ਦਿਨੇ ਵਿਚਾਰ ਹੋਈ। ਆਪਣੇ ਘਰ ਵਾਲੀ ਨੂੰ ਕਹਿਣ ਲੱਗਿਆ, ਭਾਗਵਾਨੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਣਾ, ਸਿਪਾਹੀਆਂ ਨੂੰ ਲਾਲਚ ਦੇਵਾਂਗੇ ਤਾਂ ਦੁੱਧ ਪਿਲਾਣ ਦੇਣਗੇ ਉਹ। ਮੋਤੀ ਮਹਿਰਾ ਜਿਨ ਪੁੰਨ ਕਮਾਇਆ, ਲਾਲਾ ਤਾਈ ਦੁੱਧ ਪਿਲਾਇਆ। ਆਪਣੀ ਮੌਤ ਦੀ ਪਰਵਾਹ ਨਹੀਂ ਕੀਤੀ ਵੀ ਮੇਰੇ ਪਰਿਵਾਰ ਨੂੰ ਕੁੱਲੂ ਰਾਹੀ ਪੀੜ ਦੇਣਗੇ, ਪਰਵਾਹ ਨਹੀਂ ਕੀਤੀ। ਆਪਣੇ ਘਰ ਵਾਲੀ ਨੂੰ ਜਾ ਕੇ ਕਹਿਣ ਲੱਗਿਆ, ਭਾਗਵਾਨੇ ਹੁਣ ਆਪਾਂ ਨੇ ਬੱਚਿਆਂ ਨੂੰ ਦੁੱਧ ਪਿਲਾਣਾ, ਰਾਤ ਨੂੰ ਸਿਪਾਹੀਆਂ ਨੇ ਜਾਣ ਨਹੀਂ ਦੇਣਾ, ਉਹਨਾਂ ਨੂੰ ਲਾਲਚ ਦੇਣਾ ਪੈਣਾ, ਮਾਇਆ ਆਪਣੇ ਕੋਲ ਹੈ ਨਹੀਂ। ਘਰ ਵਾਲੀ ਨੇ, ਮੋਤੀ ਮਹਿਰੇ ਦੇ ਘਰ ਵਾਲੀ ਨੇ ਕੀ ਕੀਤਾ? ਕਹਿੰਦੀ ਰੁਕੋ ਜੀ ਜਰਾ ਥੋੜਾ ਜਿਹਾ। ਜਿਹੜੇ ਘਰ ਦੇ ਵਿੱਚ ਗਹਿਣੇ ਪਏ ਸੀ ਉਹ ਗਹਿਣੇ ਲਿਆ ਕੇ ਮੋਤੀ ਮਹਿਰੇ ਨੂੰ ਫੜਾ ਦਿੱਤੇ। ਆਖੋ ਸਤਨਾਮ। ਕਹਿੰਦੀ ਆ ਮੇਰੇ ਗਹਿਣੇ ਲੈ ਜਾਓ ਤੇ ਬੱਚਿਆਂ ਨੂੰ ਦੁੱਧ ਜ਼ਰੂਰ ਪਿਲਾਓ, ਠੰਡ ਬੜੀ ਆ। ਉਹਨਾਂ ਨੂੰ ਗਰਮ ਦੁੱਧ ਪਿਲਾਓ ਬੱਚਿਆਂ ਨੂੰ। ਕੋਈ ਗੱਲ ਨਹੀਂ, ਪਰਵਾਹ ਨਾ ਕਰੋ, ਚਾਹੇ ਆਪਣੀਆਂ ਜਾਨਾਂ ਚਲੀਆਂ ਜਾਣ, ਪਰ ਬੱਚਿਆਂ ਦੀ ਆਪਾਂ ਨੇ ਸੇਵਾ ਕਰਨੀ ਆ, ਮਾਤਾ ਜੀ ਦੀ ਆਪਾਂ ਨੇ ਸੇਵਾ ਕਰਨੀ ਆ। ਕੋਈ ਗੱਲ ਨਹੀਂ, ਆ ਗਹਿਣੇ ਲੈ ਜਾਓ ਮੇਰੇ। ਗਹਿਣੇ ਲਿਆ ਕੇ ਸਾਰੇ ਫੜਾ ਦਿੱਤੇ। ਇੱਥੋਂ ਗੁਰਮੁਖ ਪਿਆਰਿਓ ਗਹਿਣੇ ਲੈ ਕੇ ਮਾਤਾ ਨੂੰ ਫਿਰ ਬੱਚਿਆਂ ਨੂੰ
इन्हां नूं सिपाहियां नूं गहणे दे के लालच दे के 12 पौह दी रात नूं दुध पिलाया। दुध पिलाया तां गुरमुख प्यारे थर थर कंब रहे सी बच्चे। दुध पिला के ये अपना वापस आ गया। दादी माँ अपने पोतरिਆਂ ਨੂੰ समझाती रही, क्योंकि पता सी माता जी नूं, माता जी नूं पता सी माता गुजर कौर कोई माड़ी मोटी शक्ति नहीं सी, बहुत महान हस्ती सन। देखो माता गुजर कौर जी दे सौरा जी छेवें पातशाह मीरी पीरी दे मालक माता गुजर कौर दे सौरा जी सन। माता गुजर कौर जी जिहड़ी सिर दे उत्ते आई उही गुजरी उही चली। हुण अपने पोतरिਆਂ ਨੂੰ सारी रात समझाਉਂਦੀ आ 12 ਪੋਹ ਨੂੰ, देखियो मेरे लाल दे लालो डोल ना जाए, भावें तुहानू किन्ने मर्जी लालच देण, भावें तुहानू किन्ने मर्जी दुख भी देण, पर डोले हो ना। देखियो किते दादा जी की चिट्टी चादर नूं दाग ना ला जाए। दादी मां तू घबरा ना, असीं तेरे पाए हुए पूरनियां ते चलांगे, असीं डरदे नहीं हाँ। साहिबजादे कदे कदे पुछ भी लैंदे ने माता नूं, माता जी साडे बड़े वीरे कित्थे गए? माता गुजर कौर नूं पुछदे आ छोटे साहिबजादे 12 ਪੋਹ ਦੀ रात नूं गल्लां हो रही ने सारी रात। माता जी साडे बड़े वीरे कित्थे गए ने? वो किते पानी दे विच तां नहीं डुब गए? सरसा पार करके आए आपां, किते विच तां नहीं डुब गए पानी च? वो कित्थे ने, की करदे होणगे? साडा उन्हां नूं मिलण नूं दिल करदा है। फिर पुछदे ने माता साडी मां कित्थे आ? पुछदे ने बच्चे दादी जी साडे पिता जी कित्थे ने? माता गुजर कौर जी दिलासा दिंदे ने, कहंदे मेरे लाल दे लालो पता मैनू भी नहीं है वो कित्थे ने, मैनू भी नहीं पता है। वाहिगुरू परमेश्वर भली करेगा, जिथे भी होणगे ठीक होणगे। सारी रात माता गुजर कौर दे नाल गल्लां करदे नाले थर थर कंबदे ने, नाले थर थर कंबदे ने, नाले गल्लां करदे ने माता जी दे नाल। तां गुरमुख प्यारिओ माता जी कहते डोलना नहीं है, जो मर्जी सोनू डराबे देन, जो मर्जी करना। माता जी नहीं डोलते नहीं, असी नहीं घबराते। तां गुरमुख प्यारिओ साहिबजादियां दे कोल एक वस्त्र सी जिहड़े पाए होए सी, उही एक होर वस्त्र सी जिहड़े माता जी ने अपनी गठड़ी दे विच साਂਭ के रखे हुए सी।
ਛੋਟੀ ਜਿਹੀ ਗਠੜੀ ਦੇ ਵਿੱਚ ਸਾਹਿਬਜ਼ਾਦਿਆਂ ਦੇ ਇੱਕ ਜੋੜਾ ਹੋਰ ਸੀ ਵਸਤਰਾਂ ਦਾ। ਜਦੋਂ ਸਾਰੀ ਰਾਤ ਇਸ ਤਰ੍ਹਾਂ ਬੀਤ ਗਈ ਤਾਂ ਗੁਰਮੁਖ ਪਿਆਰਿਓ, ਦਿਨ ਚੜ੍ਹਿਆ, ਸੂਬੇ ਦੀ ਕਚਹਿਰੀ ਲੱਗ ਗਈ। ਇੱਧਰ ਮਾਤਾ ਗੁਜਰ ਕੌਰ ਜੀਆਂ ਨੇ ਜਿਹੜੇ ਉਹ ਵਸਤਰ ਸਾਂਭ ਕੇ ਰੱਖੇ ਹੋਏ ਸੀ, ਸਾਹਿਬਜ਼ਾਦਿਆਂ ਨੂੰ ਨਵੇਂ ਵਸਤਰ ਪਹਿਨਾਏ, ਰੇ ਪਜਾਮੀਆਂ ਤੇ ਚੋਲੇ ਕਮਰ ਕਸੇ ਲਾ ਕੇ ਦਸਤਾਰਾਂ ਮਾਤਾ ਗੁਜਰ ਕੌਰ ਜੀ ਨੇ ਆਪ ਸਜਾਈਆਂ, ਬੱਚਿਆਂ ਦੇ ਸੀਸ ਦੇ ਉੱਤੇ ਨਵੇਂ ਵਸਤਰ ਪਾਏ, ਨਿੱਕੀਆਂ ਨਿੱਕੀਆਂ ਕਲਗੀਆਂ ਲਾਈਆਂ ਸੀਸ ਦੇ ਉੱਤੇ। ਤਾਂ ਗੁਰਮੁਖ ਪਿਆਰਿਓ ਤਿਆਰ ਕੀਤੇ, ਆਪਣੇ ਪੋਤਰਿਆਂ ਦੇ ਮੁਖੜੇ ਚੁੰਮੇ, ਆ ਗਏ ਸਿਪਾਹੀ ਲੈਣ ਵਾਸਤੇ। ਪਤਾ ਸੀ ਵੀ ਅੱਜ ਮੇਰੇ ਲਾਲਾ ਨੇ ਮੁੜ ਕੇ ਨਹੀਂ ਆਣਾ, ਅਖੀਰੀ ਮੇਲੇ ਨੇ। ਤਾਂ ਗੁਰਮੁਖ ਪਿਆਰਿਓ ਸਿਪਾਹੀ ਜਦੋਂ ਆਏ, ਮਾਤਾ ਲਾਲਾ ਨੂੰ ਲੈ ਕੇ ਜਾਣਾ, ਅੱਜ ਕਚਹਿਰੀ ਲੱਗ ਗਈ ਆ। ਜਦੋਂ ਮਾਤਾ ਗੁਜਰ ਕੌਰ ਜੀ ਦੇ ਕੋਲੋਂ ਸਾਹਿਬਜ਼ਾਦਿਆਂ ਨੂੰ ਲੈ ਕੇ ਆਏ, ਮਾਤਾ ਜੀ ਨੇ ਮੁਖੜਾ ਚੁੰਮ ਕੇ ਤੋਰਿਆ। ਜਦੋਂ 5-7 ਡਿੰਗਾਂ ਭਰੀਆਂ ਨਾ, ਜਦੋਂ 5-7 ਡਿੰਗਾਂ ਇੱਧਰ ਨੂੰ ਕਚਹਿਰੀ ਵੱਲ ਨੂੰ ਭਰੀਆਂ ਆਉਣ ਲੱਗੇ ਮਾਤਾ ਜੀ ਦੇ ਕੋਲੋਂ, ਦੋਨੇ ਸਾਹਿਬਜ਼ਾਦੇ ਫਿਰ ਪਿੱਛੇ ਨੂੰ ਭੱਜ ਕੇ ਮੁੜ ਕੇ ਮਾਤਾ ਜੀ ਨੂੰ ਚਿੰਬੜ ਗਏ ਦੋਨੇ ਜਣੇ। ਆਖੋ ਸਤਿਨਾਮ। ਜਦੋਂ ਮਾਤਾ ਗੁਜਰ ਕੌਰ ਜੀ ਨੂੰ ਚਿੰਬੜੇ ਤਾਂ ਮਾਤਾ ਜੀ ਦੇ ਅੱਖਾਂ ਦੇ ਵਿੱਚੋਂ ਅੱਥਰੂ ਆ ਗਏ। ਸਾਹਮਣੇ ਨਹੀਂ ਰੋਏ ਮਾਤਾ ਜੀ, ਪਰਾਂ ਨੂੰ ਮੂੰਹ ਕਰਕੇ, ਮੂੰਹ ਘੁਮਾ ਕੇ ਅੱਥਰੂ ਆਏ। ਸਾਹਿਬਜ਼ਾਦੇ ਕਹਿਣ ਲੱਗੇ, ਦਾਤੀ ਮਾਤਾ ਜੀ ਤੁਸੀਂ ਡੁੱਲ ਗਏ ਹੋ, ਸਾਰੀ ਰਾਤ ਸਾਨੂੰ ਸਮਝਾਉਂਦੇ ਸੀ, ਤੁਸੀਂ ਹੁਣ ਰੋਂਦੇ ਹੋ? ਕਹਿੰਦੇ ਨਹੀਂ ਮੇਰੇ ਲਾਲ ਦੇ ਲਾਲੋ, ਰੋਂਦੀ ਨਹੀਂ ਮੈਂ, ਨਹੀਂ। ਫਿਰ ਇੱਥੋਂ ਗੁਰਮੁਖ ਪਿਆਰੇ ਲਿਜਾ ਕੇ ਸੂਬੇ ਸਰਹੱਦ ਦੀ ਕਚਹਿਰੀ ਦੇ ਵਿੱਚ ਲਾਲਾ ਨੂੰ, ਅੱਗੇ ਵੱਡਾ ਦਰਵਾਜ਼ਾ ਖੁੱਲਿਆ ਹੁੰਦਾ ਸੀ, ਇਹਨਾਂ ਨੇ ਬਿਉਂਤ ਬਣਾਈ ਕਿ ਸਾਹਿਬਜ਼ਾਦੇ ਇਉਂ ਨਹੀਂ ਝੁਕਦੇ, ਇਹਨਾਂ ਨੇ ਇਉਂ ਨਹੀਂ ਝੁਕਣਾ। ਵੱਡੀ ਦਰਵਾਜ਼ਾ ਬੰਦ ਕਰਦਾ, ਉਹਦੇ ਵਿੱਚ ਇੱਕ ਟਾਕੀ ਸੀ, ਉਹਦੇ ਵਿੱਚ ਜਿਹੜਾ ਵੀ ਬੰਦਾ ਲੰਘਦਾ ਸੀ ਉਹ ਝੁਕ ਕੇ ਲੰਘਣਾ ਪੈਂਦਾ ਸੀ। ਜਦੋਂ ਲੈ ਕੇ ਆਏ ਸਾਹਿਬਜ਼ਾਦਿਆਂ ਨੂੰ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਵੇਖਿਆ ਵੀ ਇਹਨਾਂ ਦੀ ਕੋਈ ਚਾਲ ਹੈ। ਕੱਲ ਦਰਵਾਜ਼ਾ ਵੱਡਾ ਖੁੱਲ੍ਹਾ ਸੀ, ਅੱਜ ਬੰਦ ਆ। ਇੱਧਰੋਂ ਇਹਨਾਂ ਨੇ ਬਿਉਂਤ ਇਹ ਬਣਾਈ ਸੀ ਵੀ ਜਦੋਂ ਸਿਰ ਝੁਕਾ ਕੇ ਅੰਦਰ ਆਉਣਗੇ, ਆਪਾਂ ਤਾੜੀ ਮਾਰ ਕੇ ਹੱਸਾਂਗੇ ਤੇ ਇਹਨਾਂ ਦਾ ਨਰਾਦਰ ਹੋ ਜਾਏਗਾ। ਨਰਾਦਰ ਹੋਵੇਗਾ, ਇਹਨਾਂ ਦਾ ਬਾਹੂਬਲ ਜਿਹੜਾ ਉਹ ਡਿੱਗੇਗਾ, ਭਾਵ ਕਿ ਇਹਨਾਂ ਦੀ ਬੇਇੱਜ਼ਤੀ ਕਰਾਂਗੇ। ਹੁਣ ਗੁਰੂ ਕੇ ਲਾਲ ਸੀ। ਤਾਂ ਗੁਰਮੁਖ ਪਿਆਰਿਓ ਜਦੋਂ ਕਚਹਿਰੀ ਵਿੱਚ ਜਾਣ ਲੱਗੇ, ਸਾਰਿਆਂ ਦੀ ਦਰਵਾਜ਼ੇ ਤੇ ਨਿਗਾਹ ਹੈ, ਤਾੜੀਆਂ ਮਾਰਨ ਵਾਸਤੇ ਹੱਥ ਖੁੱਲੇ ਕੀਤੇ ਹੋਏ ਵੀ ਤਾੜੀ ਮਾਰਾਂਗੇ ਜਦੋਂ ਸਿਰ ਨੀਵਾਂ ਕਰਕੇ ਆਉਣਗੇ। ਤੇ ਗੁਰੂ ਕੇ ਲਾਲਾ ਨੇ ਕੀ ਕੀਤਾ ਗੁਰਮੁਖ ਪਿਆਰਿਓ, ਪਹਿਲਾਂ ਸਭ ਤੋਂ ਪਹਿਲਾਂ ਦੋਨਾਂ ਨੇ ਆਪਣੇ ਚਰਨ ਅੰਦਰ ਰੱਖੇ। ਆਖੋ ਸਤਿਨਾਮ। ਸਿਰ ਪਿੱਛੇ ਨੂੰ ਰੱਖੇ, ਪਹਿਲਾਂ ਚਰਨ ਅੱਗੇ ਨੂੰ ਕਰੇ। ਜਦੋਂ ਇਹ ਤਾੜੀ ਮਾਰਨ ਲੱਗੇ, ਇਹਨਾਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ, ਹੱਥ ਅੱਡੇ ਦੇ ਅੱਡੇ ਰਹਿ ਗਏ। ਜਾ ਕੇ ਗੁਰੂ ਕੇ ਲਾਲਾ ਨੇ ਸੂਬੇ ਸਰਹੱਦ ਦੀ ਕਚਹਿਰੀ ਵਿੱਚ ਜਕਾਰਾ ਛੱਡ ਦਿੱਤਾ। ਬੋਲੇ ਸੋ ਨਿਹਾਲ ਦਾ ਜਕਾਰਾ ਛੱਡਿਆ।
ਜਕਾਰਾ ਛੱਡਣ ਦੇ ਨਾਲ सूबे सरहद की कचहरी गूंज उठी। आखो सतनाम। गूंज उठी तो गुरमुख प्यारिओ सारी कचहरी जदों गूंज उठी, ये फिर उच्ची बोलिया, कहता ये सूबे सरहद की कचहरी है, तुहाडे प्यो दा आनंदपुर नहीं है, इत्थे झुक के सलाम करो। और कह लगे सानू सलाम नहीं करनी आउंदी, तुहाडी सलाम तुहानू कबूल, असीं सत्कार करदे आ तुहाडी सलाम दा, पर सानू गुरु पिता ने फतेह बुलानी ही सिखाई है। हुण फिर इन्हां नूं लालच दे रहे ने, कहंदे बच्चों छड्ड दो सिੱਖੀ धर्म, मुसलमान बन जाओ। वो कहंदे भी असीं धर्म नहीं छड्ड सकदे, असीं पुੱਤ हां गोबिंद सिंह दे, असी सिੱਖੀ धर्म नहीं छड़ सकते। बड़े लालच दिते, कहते बड़ी माया देवांगे, कहते सूबिया सानू माया का लालच देना, माया तो साडे पिता ने आनंदपुर दे विच दरिया दे विच बथेरी रोड़ी है, सिवना चांदी हीरे जवाहर, सानू लालच देना माया का। कहता तुहाडे बड़े होया दे फिर बेगमां दे नाल डोले देंगे, तुहानू ब्याह किते जाने ने। वो कहन लगे तुहाडे सानू डोलियां दी लोड़ नहीं है, तुहानू बड़े बड़े महल बना के देंगा। सूबिया महलों की गल करदा, महल साडे पिता ने कितना बड़ा आनंदपुर साहब छड्डिया, सानू तेरे महलों की लोड़ नहीं है। बड़ा सारे तरह के समझाया इन्हों बच्चों नूं, इत्थों तक कि कल्ले कल्ले नूं बुला के कमरे च ले जाके तोत दियां सटियां दे नाल कुट्टिया, कहंदे ढूही दे उत्ते सटियां दे लील, साहिबजादियां दे सटियां मारियां ढूही दे उत्ते, पर डोले नहीं है, मन्ने नहीं है। जदों ये ना मन्ने, फतेह सिंह ना मन्निया, फिर इनू वापस बाहर लेके आए, फिर दूसरे नू बाबा जोरावर सिंह नू लेके गए। कहते मन जा, तेरा भरा तां कहते मन गया, उन्होंने झूठे ही करे ने। जोरेवार नू कहते फतेह सिंह मन गया भी मैं मुसलमान बन जावांगा, तू भी मन जा। कहते वो कह लगा, कहता ये नहीं हो सकता भी मेरा भरा मन जाए, नहीं ये नहीं हो सकता। उन्होंने भी सटियां दे नाल बड़ा कुटिया। हुण फतवा ला दिता, कहते ओ देख लो, कहते ताहां इल्लां उड़ रही ने, जिन्नियां उच्ची इल्लां उड़ रही ने देख लो, तुहाडियां बोटियां बोटियां इल्लां इन्नी उच्ची लैके जाणियां, देख लो। कहते साहिबजादे कहते सूबिया याद रखी, तेरे कचहरी वाले सारे याद रखन भी गुरु गोबिंद सिंह महाराज जी के पुत्रा ने वचन किया सी, याद रखी तुसी गल करदे हो इल्लां दी ना,
जिन्नियां उच्ची इल्लां उड़ रही ने उन्ने उच्चे इत्थे निशान साहब झूलणगे। आखो सतनाम। उन्ने उच्चे इत्थे निशान साहब झूलणगे। याद रखी हुण गुरमुख प्यारे जदों ना मन्ने फतवा ला दिता। फतवा ला दिता कहंदे इन्हां नूं जिउंदे नीहां दे विच चिण दिओ। मजदूर राज मिस्त्री बुलाया गया। मजदूर तां गुरमुख प्यारिओ चूना लैके आगे कंध चन्नी शुरू कर दिती। कंध गोडियां तक जदों आई, मिस्त्री जदों चपणी गोडे की चपणी तक आई, मिस्त्री उत्थों इट भन के लाउण लग्या। मिस्त्री नूं कहण लगे साहिबजादे कहंदे इत्थे कहंदे वड्डी टुक्की हुई इट ना ला। वो कहंदे जी तुहाडा गोडे की चपणी अड़दी, कहंदे चपणी वो घड़ दे चाहे पर इहदे विच टुट्टी हुई इट नहीं लानी। इस कंध नूं तां जुगा जगंतरां तक लोकी नमस्कारां करया करनगे। तां गुरमुख प्यारिओ कंध चिन्नी शुरू कर दी, साथियों तक आ गई। कहंदे देख लो मन जो सिर मार दिता, बोले नहीं क्योंकि जपजी साहब का पाठ कर रहे सी साहिबजादे, बोले नहीं। तो गुरमुख प्यारिओ कंध सिर तक चिड़ी गई ते कंध चिड़ के सारा कुछ करके भी होना अपने आप इन्हां दा भोग पै जाना। जदों उत्थों वापस तुरन लगे चलन लगे, जे 5-7 डेंगां ही भरियां सी ते गुरमुख प्यारे बड़ी बिजली कड़की, बड़ी हनेरी आई ते ओ कंध सी जिहड़ी ओ फट गई ते साहिबजादे डिगे, उपरे इट्टां डिगियां ते बेहोश हो गए। पिछे मुड़ के वेखिया भी की कौतक की हो गया। साहिबजादे डिगे पे ने धरती ते इट्टां वजियां, उपर इट्टां गिरियां होईयां। साहिबजादे नूं होश दे विच लिआंदा गया। पुछया कहंदे जदों होश च आए कहंदे मुसलमान बन जाओ, सिੱਖੀ धर्म छड्ड दिओ। बोलिया तो नहीं गया। हुण साहिबजादियां तो सिर मार दिता। सूबा सरहंद इन्हें आख्या कहंदा कोई उठो जिहड़ा इन्हां दा कतल करे, इनू जिउंदियां नूं इन्हां नूं शहीद करे, कतल करे। फिर गुरमुख प्यारिओ समाणे दे जलाद सी, सूबे सरहद की कचहरी विच केस चलदा सी। समाणे दे जलाद कहंदे सूबा सरहद जी जे साडे केस रफा दफा कर दिओ, ये काम असीं कर देंगे, ये काम असीं कर देंगे। फिर गुरु की लालां दी साथी दे उत्ते बैठ के साहिबजादियां दी साथी दे ढिड दे उत्ते बैठ के इन्हां ने गुरमुख प्यारे जिहड़ा अपने साह रग दी नाड़ी है ना, इन्हां ने साह रग साहिबजादियां दी कट दिती। तड़प तड़प के साहिबजादे शहीदी पा गए, शहीदी पा गए। इधरों मोती मेहरा भी वेख रहा सी। तो गुरमुख प्यारे मोती मेरे तो रह नहीं गया। कचहरी विचों सारे चले गए। मोती मेरे ने जाके माता गुजर कौर नूं कहना कीता। माता गुजर कौर कहंदी वे पुत मोतीआ अगे मेरे लाल आ समय आ जांदे सी, अज नहीं आए। मोती मेरा भुब्बा मार मार के
हाल दसदा कचहरी दा, तेरे खिन के लड़ी दे मोती, मोती मेरा भुब्बा मार मार रोंदा। नाले दसदा माता आ भाना वापर गया, आ कुछ हो गया जी कचहरी च। माता कौर ने 10वें द्वार राही श्वास चढ़ा के अपने पंज भूतक शरीर नूं सड़ दिता, सचखंड नूं चले गए। तो गुरमुख प्यारे हुण रौला पै गया भी इधर माता जी भी चढ़ाई कर गए आ, बच्चे 3 शरीर। हुण होका दिता, कहते आओ जिहड़ा इहदा संस्कार करेगा। सारे गुरमुख प्यारे सहम गए, लोकी डर गए, पिंडां दे विच डर फैल गया, कोई नहीं सी बाहर आया। फिर टोडर मल सी, इहदी हवेली सरहद दे विच सी, नाले दी हवेली अज भी है। हवेली दे विचों आया, इन्हें कहना भी मैं संस्कार करांगा, मैं संस्कार करांगा। तां गुरमुख प्यारिओ इन्हें फिर कहते संस्कार तो करन देवांगे, माया देनी पैनी आ, देख ला। कहता भी कोई गल नहीं, जिन्नी तुहानूं माया की लोड़ असीं दे देंगे। ये बहुत बड़ा महल सी, अज भी देखो किड्डा महल आ, उस समय दे विच एडा बड़ा महल किसी का नहीं सी, पूरा तकड़ा सी। ये टोडर मल तो गुरमुख प्यारे इन्हें फिर होका दिता, कहते आओ गुरु के लालां दा संस्कार करना। डरदा मारा कोई नहीं निकलिया बाहर, डरदा मारा कोई बाहर नहीं निकलिया। इतों फिर गुरमुख प्यारे जब ढंडोरा दिता, 4 मजदूर वो भी तां लैके कहते जिन्नी मूहों माया मंगोगे उन्नी दवांगा, आओ गुरु के लालां दा संस्कार करिए। सारे डरदे मारे बाहर नहीं सी निकले। ता गुरमुख प्यारिओ गुरु के लालां दा संस्कार करने वास्ते माता गुजर कौर दा जिहड़ा भगवान सी, वो फिर जिहड़े 4 मजदूर लिआंदे सी, 4 मजदूरां ने माता गुजर कौर दा भगवान चुकिया। बाबा जोरावर सिंह दा जिहड़ा शरीर सी, वो टोडर मल दे घर वाली ने चुकिया, इउं चुक लिया जिवें मां अपने सुते पे बच्चे नूं कनेड़े ला के चुक लैंदी है। हुण टोडर मल दे घर वाली ने बाबा जोरावर सिंह दा शरीर ऐ चुक लिया जिवें सुते पे बच्चे नूं चुकदे आ। दूसरे साहिबजादे बाबा फतेह सिंह दा शरीर टोडर मल ने इउं चुक लिया जिवें प्यो सुते बच्चे नूं चुकदा है। दोने बच्चों नूं मोढे ला के ते माता गुजर कौर दा भगवान लैके, बंदा माड़े तो माड़ा बंदा भी चढ़ाई कर जे उहदे नाल भी 20-50-100 बंदा हुंदा, पर गुरु के लालां दे नाल कोई नहीं तुरिया है, डर दे मारे। तां गुरमुख प्यारे इत्थों लैके फिर जिथे गुरुद्वारा ज्योति स्वरूप आ उत्थे संस्कार करना किया। सूबा सरहद कहता मुल जगह देंगा जिथे संस्कार करना। वो कहते भी कहते कोई गल नहीं, मुले ले लेंगे। कहते भी खड़िया मोहरा पैमिया मोहरा करके जिन्नी जगह संस्कार करना उन्नी जगह दे विच मोहरा वसा दिओ। तो गुरमुख प्यारे जो मोहरा वसान लगे फिर बदल गया सूबा सरहद। कहता वसा के नहीं मोहरा खड़मियाँ चाहिए ने, खड़मियाँ खड़मियाँ दुगड़ियाँ चौगड़ियाँ चढ़ जानियाँ सी। फिर सियोने दियाँ सरफी मोहरा खड़मियाँ करके ही मंजे जिन्नी जगह जिन्ना संस्कार करने जोगरी जगह उन्नी जगह दे विच टोडर मल ने खड़मियाँ मोहरा करके
ਇੱਥੇ ਗੁਰਮੁਖ ਪਿਆਰਿਓ ਚਿਖਾ ਚਿਣਕੇ ਮਾਤਾ ਗੁਜਰ ਕੌਰ ਤੇ ਮਾਤਾ ਗੁਜਰ ਕੌਰ ਦੇ ਨਾਲ ਹੀ ਜਿਵੇਂ ਮਾਂ ਆਪਣੇ ਬੱਚਿਆਂ ਨੂੰ ਸਾਥੀ ਨਾਲ ਲਾ ਕੇ ਪਈ ਹੁੰਦੀ ਆ, ਇਸੇ ਤਰ੍ਹਾਂ ਦੋਨਾਂ ਬੱਚਿਆਂ ਨੂੰ ਪਾ ਦਿੱਤਾ। ਇੱਕ ਚਿਖਾ ਦੇ ਉੱਤੇ ਫਿਰ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਫਿਰ ਜਿਹੜੀ ਆ ਫੁੱਲ ਸੀ ਇਹ ਟੋਡਰ ਮੱਲ ਦੀ ਜ਼ਮੀਨ ਸੀ, ਇੱਥੇ ਆਪਣੇ ਭਵਾਨੀਗੜ੍ਹ ਦੇ ਨੇੜੇ ਪਿੰਡ ਆਲੋਵਾਲ ਪੈਂਦਾ ਹੈ, ਉੱਥੇ ਫਿਰ ਲਿਜਾ ਕੇ ਹਸਤੀਆਂ ਉੱਥੇ ਦੱਬੀਆਂ ਸੀ। ਤੇ ਅੱਜ ਇਹਨਾਂ ਦੀ ਯਾਦ ਦੇ ਵਿੱਚ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ ਜੋਤੀ ਸਰੂਪ ਗੁਰਦੁਆਰਾ ਸਾਹਿਬ ਬਣਿਆ ਹੋਇਆ। ਤੇ ਗੁਰਮੁਖ ਪਿਆਰੇ ਇਹ ਸੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ। ਐਡਾ ਵੱਡਾ ਇਤਿਹਾਸ, ਐਡਾ ਵੱਡਾ ਵੈਰਾਗਮਈ ਇਤਿਹਾਸ। ਇਹ ਦੱਸੋ ਵੀ ਫਿਰ ਇੱਥੇ ਛੋਲੇ ਪੂਰੀਆਂ ਖਾਣ ਨੂੰ ਦਿਲ ਕਰੇਗਾ, ਬ੍ਰੈਡ ਪਕੌੜੇ ਖਾਣ ਨੂੰ ਦਿਲ ਕਰੇਗਾ, ਇਹ ਜਿਹੀਆਂ ਖੁਸ਼ੀਆਂ ਵਾਲੇ ਗੀਤ ਗਾਉਣ ਨੂੰ ਦਿਲ ਕਰੇਗਾ? ਇਹ ਹਫ਼ਤਾ ਤਾਂ ਗੁਰੂ ਕੇ ਪਰਿਵਾਰ ਸਾਰੇ ਇੱਕ ਹਫ਼ਤੇ ਦੇ ਵਿੱਚ ਹੀ ਵਿਛੜ ਗਿਆ ਸੀ। ਇਸ ਕਰਕੇ ਵਿਰਾਗਮਈ ਦੇ ਨਾਲ ਸਾਨੂੰ ਉਹਨਾਂ ਦੀ ਯਾਦ ਵਿੱਚ ਬੈਠਣਾ ਚਾਹੀਦਾ। ਉਹਨਾਂ ਦੀ ਯਾਦ ਦੇ ਵਿੱਚ ਬੈਠ ਕੇ ਚੇਤੇ ਕਰਕੇ ਸਾਡੇ ਅੱਖਾਂ ਦੇ ਵਿੱਚ ਅੱਥਰੂ ਆਉਣੇ ਚਾਹੀਦੇ ਨੇ, ਤਾਂ ਗੁਰਮੁਖ ਪਿਆਰਿਓ ਗੱਲ ਬਣਦੀ ਆ। ਨਹੀਂ ਤਾਂ ਦੇਖਿਆ ਲੰਗਰ ਲੱਗੇ ਹੁੰਦੇ ਨੇ, ਡੀਜੇ ਲਾਏ ਹੁੰਦੇ ਨੇ, ਤਾਂ ਗੁਰਮੁਖ ਪਿਆਰਿਓ ਦੰਦੀਆਂ ਕੱਢਦੇ ਆ, ਹੱਸਦੇ ਆ, ਤੁਰਦੇ ਆ। ਮੈਂ ਬੜਾ ਉੱਥੇ ਜਦੋਂ ਸਿਰ ਮਾਜਰੀ ਸੀ ਬੜਾ ਨੌਜਵਾਨਾਂ ਨੂੰ ਘੂਰਦਾ ਹੁੰਦਾ ਸੀ, ਪਰ ਸਮਝ ਗਏ ਸੀ ਜਿਹੜੇ ਮੋਤੀ ਮਹਿਰੇ ਦੇ ਪਰਿਵਾਰ ਹੁੰਦੇ ਸੀ, ਉਹਨਾਂ ਨੂੰ ਸਮਝਾਇਆ ਵੀ ਦੁੱਧ ਦਾ ਲੰਗਰ ਲਾਇਆ ਕਰੋ ਇੱਕ ਦਿਨ। ਤੁਸੀਂ ਜਿੱਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਇੱਕ ਦਿਨ ਪਹਿਲਾਂ ਦੁੱਧ ਦਾ ਲੰਗਰ ਲਾਇਆ ਕਰੋ। ਫਿਰ ਉਹਨਾਂ ਨੇ ਵੀ ਦੁੱਧ ਦਾ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ ਸੀ ਵੀ ਸਾਹਿਬਜ਼ਾਦਿਆਂ ਨੂੰ। ਇਸ ਕਰਕੇ ਭਾਈ ਆਓ ਸਮਾਂ ਇਜਾਜ਼ਤ ਨਹੀਂ ਦਿੰਦਾ। ਬਹੁਤ ਵਿਰਾਗਮਈ ਇਤਿਹਾਸ ਆ ਕਿ ਬੋਲਿਆ ਵੀ ਨਹੀਂ ਜਾਂਦਾ, ਇੰਨਾ ਵਿਰਾਗਮਈ ਇਤਿਹਾਸ ਆ ਸਾਡਾ ਇਹ ਇਤਿਹਾਸ ਦੇ ਵਿੱਚ। ਸੋ ਆਓ ਸ਼ਹੀਦੀ ਜੋੜ ਮੇਲਾ ਆਵੇਗਾ 25, 26, 27 ਨੂੰ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਅਖੰਡ ਪਾਠ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਕਰਾਂਗੇ। ਇਸੇ ਤਰ੍ਹਾਂ ਸਾਰੀ ਵਿਚਾਰ ਛੋਟੇ ਸਾਹਿਬਜ਼ਾਦਿਆਂ ਦੀ, ਵੱਡੇ ਸਾਹਿਬਜ਼ਾਦਿਆਂ ਦੀ ਵਿਚਾਰਾਂਗੇ ਦੀਵਾਨਾਂ ਦੇ ਵਿੱਚ। ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ, ਸਮੂਹ ਸਿੰਘ ਸ਼ਹੀਦ, ਸਾਰਿਆਂ ਦੀ ਯਾਦ ਦੇ ਵਿੱਚ 25, 26, 27 ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਗੁਰਦੁਆਰਾ ਸਾਹਿਬ। ਸਾਰੀਆਂ ਸੰਗਤਾਂ ਨੇ ਭਾਈ ਮਾਇਆ ਕਰਕੇ ਸਹਿਯੋਗ ਪਾਣਾ ਹੈ। ਆਓ ਇੰਨੀਆਂ ਕੁ ਵਿਚਾਰਾਂ ਕਰਿਓ ਪ੍ਰਵਾਨ। ਗੁਰ ਇਤਿਹਾਸ ਬੋਲਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰਾਂ ਸੰਗਤਾਂ ਬਖਸ਼ਣਹਾਰ ਹਨ। ਅੱਗੋਂ ਬਾਤ ਤੇ ਸਿਰ ਤੇ ਮੇਰਾ ਪ੍ਰਿਆਤ ਰੱਖ ਕੇ ਸੁੱਧ ਸਪੱਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ, ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਜੋ ਦੇਗ ਦੀ ਸੇਵਾ ਹੈ ਸਰਦਾਰ ਜਗਦੀਸ਼ ਸਿੰਘ ਜੀ ਇਹਨਾਂ ਪਰਿਵਾਰ ਵੱਲੋਂ ਦੇਗ ਦੀ ਸੇਵਾ ਸਿਮਰਨਵੀਰ ਸਿੰਘ ਸੰਧੂ ਇਹਨਾਂ ਦੀ ਬੇਟੀ ਜਨਤਵੀਰ ਕੌਰ ਸੰਧੂ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਪਰਿਵਾਰ ਵੱਲੋਂ ਦੇਗ ਦੀ ਸੇਵਾ ਹਾਜ਼ਰ ਹੈ। ਆਓ ਸ਼ਲੋਕ ਦੇ ਵਿੱਚ ਬੋਲ ਕੇ ਰਸਮ ਨੂੰ ਕਰੀਏ ਪਵਿੱਤਰ। ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦੀਆਂ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਆ। ਲੋਕ ਸੁਖੀਏ ਪ੍ਰਲੋਕ ਸਹੇਲੇ,
ਨਾਨਕ ਹਰ ਪ੍ਰਭ ਆਪੇ ਮਿਲੇ। ਸੋ ਇੱਟਾਂ ਦੀ ਸੇਵਾ ਉਹ ਆਪਾਂ ਕੱਲ੍ਹ ਨੂੰ ਕਰਾਂਗੇ। ਬੜੀਆਂ ਇੱਟਾਂ ਸੰਗਤਾਂ ਨੇ ਇਕੱਠੀਆਂ ਕਰੀਆਂ ਹੋਈਆਂ ਨੇ ਅਤੇ ਕੱਲ੍ਹ ਨੂੰ ਇੱਟਾਂ ਦੀ ਸੇਵਾ ਕਰਾਂਗੇ। ਦਿਨੇ ਜਿਨ੍ਹਾਂ ਸੰਗਤਾਂ ਨੇ ਭਾਈ ਸੇਵਾ ਕਰਨੀ ਆ ਉਹ ਰੋੜੀ ਕੁੱਟਾਂਗੇ। ਰੋੜੀ ਦੀ ਸੇਵਾ ਤੁਸੀਂ ਕਰ ਸਕਦੇ ਹੋ। ਸੋ ਇੱਕ ਦੋ ਘਰਾਂ ਨੇ ਵੀ ਬੇਨਤੀ ਕੀਤੀ ਆ ਵੀ ਸਾਡੇ ਘਰੇ ਰੋੜੀ ਪਈ ਆ, ਉਹ ਚੱਕ ਲਿਆਓ। ਉਹ ਵੀ ਜ਼ਰੂਰ ਅੱਜ ਜਾਂ ਕੱਲ੍ਹ ਨੂੰ ਲੈ ਕੇ ਆਵਾਂਗੇ। ਸੋ ਅੱਜ ਸ੍ਰੀ ਅਖੰਡ ਪਾਠ ਸਾਹਿਬ ਹਰ ਦਸਵੀਂ ਦੇ ਜੋ ਨਗਰ ਦੀ ਭਲੇ ਵਾਸਤੇ, ਨਗਰ ਦੀ ਤੰਦਰੁਸਤੀ ਵਾਸਤੇ, ਸਾਰੇ ਪਰਿਵਾਰਾਂ ਦੀ ਘਰਾਂ ਦੀ ਖੁਸ਼ੀ ਵਾਸਤੇ ਅਖੰਡ ਪਾਠ ਦਸਵੀਂ ਦੇ ਹੁੰਦੇ ਨੇ। ਸੋ ਆਪੋ ਆਪਣੀ ਮਾਇਆ ਨੂੰ ਭਾਈ ਸਫਲੀ ਕਰਨ ਦਾ ਯਤਨ ਕਰਨਾ। ਇਹ ਨਾ ਸਮਝੋ ਵੀ ਅਸੀਂ ਢਾਲ ਦਿੱਤੀ ਹੋਈ ਵੀ ਐਂ ਚੱਲ ਜੂ ਵਿੱਚ, ਨਹੀਂ, ਢਾਲੋ ਆਪਣੀ ਜਗ੍ਹਾ। ਅਤੇ ਇਹ ਜਿਹੜੀ ਅਖੰਡ ਪਾਠ ਸਾਹਿਬ ਆ ਸਾਰਿਆਂ ਦੇ ਨਾਮ ਨਗਰ ਦੀ ਅਰਦਾਸ ਹੋਣੀ ਆ। ਇਹ ਆਪੋ ਆਪਣੀ ਜਗ੍ਹਾ, ਆਪੋ ਆਪਣੀ ਬਣਦੀ 500-500 ਰੁਪਏ ਸੇਵਾ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚਾਉਣ ਦੀ ਕਿਰਪਾਲਤਾ ਕਰਿਓ। ਤਿੰਨੇ ਦਿਨ ਇੱਥੇ ਸੇਵਾ ਕਰਨੀ ਆ, ਇੱਥੇ ਲੰਗਰ ਪਾਣੀ ਬਣਾਉਣਾ ਅਤੇ ਸੰਗਤਾਂ ਨੂੰ ਸਿਖਾਉਣਾ। ਆਪੋ ਆਪਣੇ ਘਰਾਂ 'ਚ ਕਿਸੇ ਨੇ ਵੀ ਪ੍ਰਸ਼ਾਦਾ ਪਾਣੀ ਨਹੀਂ ਬਣਾਉਣਾ, ਇੱਥੇ ਸੇਵਾਵਾਂ ਕਰੋ। ਰਸਤਾ ਬਸਤਾ ਆਟਾ ਚੀਨੀ ਘਿਓ ਦੀ ਸੇਵਾਵਾਂ ਗੁਰਦੁਆਰਾ ਸਾਹਿਬ ਭੇਜੋ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖੁਸ਼ੀਆਂ ਪ੍ਰਾਪਤ ਕਰੋ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।